ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੋ ਕਹੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੇ ਵਿਲ ਲਾਏ। ਬਹੁਤਾ ਬੋਲਣ ਚਖਣ ਹੋਏ, ਵਿਣ ਬੋਲੇ ਜਾਣੈ ਸਭ ਸੋਹੇ। ਰਹਾਉ ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਬਾ ਦਿੱਤੇ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚਲਿਆ ਲਾਏ, ਦਰਗਾ ਬੈਸਣ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਜੇ ਕੋ ਡੂਬੈ ਫਿਰ ਹੋਵੈ ਸਾਰ,
ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਚੁੱਕੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲੋ ਆਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਬਚਨ ਅੰਗ ਨੰਬਰ 661 ਅਤੇ 662 ਦੇ ਉੱਤੇ ਸੁਭਾਇਮਾਨ ਨੇ। ਸਤਿਗੁਰੂ ਜੀ ਨੇ ਇਸ ਪਾਵਨ ਹੁਕਮ ਦੇ ਰਾਹੀਂ ਅੱਜ ਜੋ ਸਾਨੂੰ ਉਪਦੇਸ਼ ਦਿੱਤਾ ਹੈ ਔਰ ਸ਼ਬਦ ਦਾ ਸੰਖੇਪ ਜਿਹਾ ਭਾਵ ਹੈ ਕਿ ਦੇਖੋ, ਜਿਹੜੇ ਆਪਣੇ ਗੁਰੂ ਤੋਂ, ਰੱਬ ਤੋਂ, ਪਰਮੇਸ਼ਰ ਤੋਂ ਟੁੱਟ ਗਏ ਨੇ, ਵਿਛੜ ਗਏ ਨੇ, ਔਰ ਵਿਛੜਿਆ ਹੋਇਆਂ ਨੂੰ ਜੀਵਨ ਦੇ ਵਿੱਚ ਸਦਾ ਹੀ ਇੱਕ ਤੋਂ ਬਾਅਦ ਇੱਕ ਫਿਰ ਦੁੱਖ ਹੀ ਆਉਂਦੇ ਨੇ, ਕਿਉਂਕਿ ਵਿਛੜਿਆ ਹੋਇਆਂ ਦੇ ਕੋਲ ਦੁੱਖਾਂ ਦੇ ਨਾਲ ਲੜਨ ਦੀ ਉਹ ਸਮਰੱਥਾ, ਉਹ ਤਾਕਤ ਰਹਿੰਦੀ ਨਹੀਂ ਕਿ ਜਿਹੜੀ ਸਮਰੱਥਾ ਮੇਰੇ ਗੁਰੂ ਨੇ ਬਖਸ਼ਿਸ਼ ਕਰਨੀ ਹੈ। ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਕਿ ਜਿਉ ਤਪਤ ਹੈ ਬਾਰੋ ਬਾਰ। ਇਹ ਜਿੰਦ ਜਿਉ ਬਾਰ ਬਾਰ ਤਪਦੀ ਹੈ। ਤਪ ਤਪ ਖਪੈ ਬਹੁਤ ਬੇਕਾਰ। ਤੇ ਤਪਦੀ ਕਿਉਂ ਹੈ, ਨਾਲ ਅੱਗੇ ਕਾਰਨ ਵੀ ਦੱਸਿਆ ਹੈ ਕਿ ਤਪ ਤਪ ਖਪੈ ਬਹੁਤ ਬੇਕਾਰ। ਬੇਕਾਰ ਦਾ ਅਰਥ ਵਿਕਾਰ, ਵਿਸ਼ੇ ਵਿਕਾਰ, ਕਿ ਜੀਵਨ ਵਿੱਚ ਵਿਸ਼ੇ ਵਿਕਾਰ ਬਹੁਤੇ ਆਉਣ ਕਰਕੇ ਵਿਕਾਰਾਂ ਦੇ ਵਿੱਚ ਜਿੰਦ ਬਾਰ ਬਾਰ ਤਪਦੀ ਹੈ। ਇਹ ਜਿੰਦ ਬਾਰ ਬਾਰ ਜਿਹੜੀ ਹੈ ਲੁੜਛਦੀ ਹੈ। ਔਰ ਇੱਕ ਤੇ ਵਿਸ਼ੇ ਵਿਕਾਰ ਆ ਗਏ, ਤੇ ਦੂਜਾ ਕਾਰਨ ਕੀ ਹੈ ਕਿ ਬਾਰ ਬਾਰ ਤਪਦੀ ਕਿਉਂ ਹੈ। ਹੁਣ ਸਤਿਗੁਰੂ ਜੀ ਨੇ ਸਮਝਾਇਆ ਹੈ, ਕਹਿੰਦੇ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤੇ ਉਹਨਾਂ ਦੇ ਅੰਦਰੋਂ ਸੜਦੀ ਹੈ, ਤਪਦੀ ਹੈ ਜਿੰਦ। ਜੈ ਤਨ ਬਾਣੀ ਵਿਸਰ ਜਾਏ, ਕਿ ਜਿਹੜੇ ਤਨ ਦੇ ਵਿੱਚੋਂ, ਜਿਹੜੇ ਮਨ ਦੇ ਵਿੱਚੋਂ ਰੱਬ ਪਰਮੇਸ਼ਰ ਦੀ ਸਿਫਤ ਸਲਾਹ ਵਾਲੀ ਬਾਣੀ ਭੁੱਲ ਜੇ। ਕਿਉਂਕਿ ਬੰਦੇ ਨੇ ਬਾਹਰ ਦੀ ਤਪਸ਼ ਤੋਂ ਬਚਣ ਵਾਸਤੇ ਬੜੇ ਯਤਨ ਕੀਤੇ, ਔਰ ਸਾਡੇ ਸਾਹਮਣੇ ਕਦੇ ਸਮਾਂ ਸੀ ਕਿ ਪਿੰਡਾਂ ਥਾਵਾਂ 'ਤੇ ਅੱਜ ਕੱਲ੍ਹ ਦੀ ਇਸ ਤਪਸ਼ ਤੋਂ ਬਚਣ ਲਈ ਬਾਹਰ ਖੁੱਲ੍ਹੀਆਂ ਥਾਵਾਂ 'ਤੇ ਰੁੱਖਾਂ ਥੱਲੇ ਮੰਜੇ ਲੈ ਜਾਣੇ, ਹੱਥਾਂ ਨਾਲ ਪੱਖੇ ਚੱਲਣੇ,
कि तपश तो किसी तरह राहत मिले, तो समा आया कूलर ते एसी आ गए। और एसी चलदे होया भी हर किसी के अंदरों यही आवाज़ निकलती, हाय गर्मी। धन गुरु नानक देव सच्चे पातशाह कहते हैं, गुरु के सिक्खा, ये रब परमेश्वर की खेड है कि देखो मौसम है, गर्मी है, तो गर्मी तो आउणी है। इहदे तो बचन का यतन तो बड़ा किया, चलो करना चाहिए है, पर जिहड़ी अंदर की तपश है, विकारां की तपश है, जिन्हें अंदर नूं कड़पा के रखिया, भी उहदे तो बचन का भी कोई यतन कर। धन गुरु तेग बहादुर महाराज जी का एक पावन वचन है कि हर कोई बंदा चाहता तो यह कि मैनूं सुख मिले, हर कोई चाहता सुख मिले, कोई नहीं चाहता, मंग के कोई नहीं लेंदा कि दुख मिल जाना। और धन गुरु तेग बहादुर महाराज जी कहते हैं, बंदा जिन्ने भी यतन करता है, ये कह दिए कि सारे दे सारे यतन सुखा वास्ते करता है कि सुख मिल जाना। जतन बहुत सुख के किए, दुख को कियो ना कोए, भी दुखा वास्ते कोई यतन नहीं किया। हुण अखरे अर्थ तो इवें लगते हैं कि दुखा वास्ते यतन करना पैंदा जी, कि सानू दुख आ जाना। नहीं, सतगुरु धन गुरु तेग बहादुर साहब जी कहते हैं भी सुखां दा यतन करना चाहिए है, पर नाल यतन ये भी रहना चाहिए कि जिहड़ा यतन मैं कर रहा सुखां लई, सुखां दी बजाए जे इहदे थां ते दुख मिल जाना, जे जीवन में दुख आ जाए तो फिर इन्हां दुखों तो बचना किवें है, इन्हां दा मुकाबला किवें करना है। यतन ये भी करना कि अपने अंदर नूं पहलों मजबूत करके रखना, क्योंकि दुख जीवन दे विच आउणे ही आउणे ने। यतन सुखां दा करना है, सुख जिहड़े हर कोई चाहुंदा, पर दुख तो फिर भी आउंदे ने और बार बार आउंदे ने, जदों तक जीवन है आउंदे रहने ने। हुण सतगुरु ने इत्थे किरपा करके असल में समझाया कि भाई बाहरली तपश तो बचन लई तू यतन किया, अंदरली तपश जिहड़े दुखों का कारण है, जिथों दुख पैदा होंदे ने, उहदे तो बचन का यतन कोई कीता कि नहीं। हुण तपदा कौन है? सतगुरु धन गुरु ग्रंथ साहिब जी ने एक पावन वचन कहा है कि बंदा तपदा क्यों है, तो कौन तपदा है। एक तो शब्द अर्थ है मनमुख, मन के पिछे लगन वाला वो सारी जिंदगी तपदा ही है। यतन सुख दे करता है, सुख मिल जाना, जिन्ने यतन किते उस तो वध भी मिल जाना, पर तपदा फिर भी है। इनका कारण कि मैं तो इन्ने यतन किते, चलो यतन करके मैनू तो कार मिल गई, वड्डा घर मिल गया, पर तपदा इस करके कि गवांढी नूं क्यों मिल गया, इहदे कोल गड्डियां दो क्यों हो गई। अपने दुखा करके नहीं तपदा, मन के पिछे चलण वाले गुरु साहब जी कहते हैं तपदे ही ने। जियो तपता है बारों बार, बार बार तपते हैं, सारी जिंदगी तपते हैं। मन मुख निंदक तप तप खपै, बड़े खपते हैं। देखो ये शब्द साडा आम ही वरत्या जाता है, अज तो खप के कम कर करके, वो तो अज खप के तप कम कर करके, पर मन के पिछे चलने वाले खपते ही ने, सारी जिंदगी खपते हैं। मन मुख निंदक तप तप खपै, तो सतगुरु जी साडा सवाल तो कि तपदे क्यों ने। कहते बिन शब्द शांत न आए, क्योंकि गुरु का शब्द कोल नहीं। सिफत सलाह वाली बाणी अंदरों भुल गई है, तो जे ये बाणी भुल जाए तो अंदर नूं साड़ के तबाह इस तपस ने कर देना है। जियो तपत है बारों बार। हुण सतगुरु जी ने जिथे किरपा की, फिर सतगुरु जी सारे सड़ जाएंगे। धन गुरु ग्रंथ साहिब जी ने एक बड़ी सोहनी सानूं उदाहरण दी कि देखो गर्मियां दे विच आम हुंदा जंगलों में अग लग जाती है, सुके वास आपस विच खए, सुखियां लकड़ा अग उन्हां दे विच मौजूद है। बस हवा चली आपस में भिड़े खिसके, वो ऐसी चिंगारी निकली कि पूरे जंगल नूं साड़ के सुहा कर देंदी है। ये संसार सारा जंगल की तरह ही है, अग दे नाल भरिया पिया है।
ਤੇ ਸਤਿਗੁਰੂ ਜੀ ਸਾਰੇ ਸੜ ਜਾਣਗੇ। ਉੱਥੇ ਗੁਰੂ ਸਾਹਿਬ ਨੇ ਉਦਾਹਰਣ ਦਿੱਤੀ, ਜੰਗਲ ਜਦੋਂ ਅੱਗ ਲੱਗਦੀ, ਅੱਗ ਸਾਰੇ ਪਾਸੇ ਸਭ ਨੂੰ ਸਾੜਦੀ ਹੈ, ਪਰ ਕੋਈ ਵਿਰਲਾ ਟਾਵਾਂ ਇੱਕ ਤਾਂ ਬੂਟਾ ਉਹ ਬਚਦਾ ਹੈ ਜਿਹੜਾ ਪਾਣੀ ਦੇ ਵਿੱਚ ਹੈ ਜਾਂ ਪਾਣੀ ਦੇ ਨੇੜੇ ਹੈ। ਪਾਣੀ ਕਰਕੇ ਅੱਗ ਉਹਨੂੰ ਸਾੜ ਨਹੀਂ ਸਕਦੀ। ਤੇ ਗੁਰੂ ਕੇ ਸਿੱਖਾਂ ਸੰਸਾਰ ਦੇ ਵਿੱਚ ਵੀ ਬਿਲਕੁਲ ਵਿਕਾਰਾਂ ਦੀ ਅੱਗ ਉਸ ਜੰਗਲ ਦੀ ਅੱਗ ਨਾਲੋਂ ਕਿਤੇ ਖਤਰਨਾਕ ਹੈ। ਉਹ ਜਿਹੜਾ ਕੋਈ ਵਿਰਲਾ ਟਾਵਾਂ, ਜਿਹਨੂੰ ਗੁਰੂ ਸਾਹਿਬ ਜੀ ਪਾਵਨ ਬਚਨ ਕਰਦੇ ਨੇ, ਹੈਣ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਇਸ ਫੈਲ ਫੱਕੜ ਸੰਸਾਰ ਵਿੱਚੋਂ ਜਿਹੜੇ ਵਿਰਲੇ ਟਾਵੇਂ ਗੁਰੂ ਨਾਲ ਜੁੜੇ ਨੇ, ਉਹ ਵਿਕਾਰਾਂ ਦੇ ਅੱਗ ਤੋਂ ਜ਼ਰੂਰ ਬਚਦੇ ਨੇ। ਬੂਟਾ ਪਾਣੀ ਕਰਕੇ ਬਚ ਗਿਆ ਔਰ ਗੁਰੂ ਕਾ ਸਿੱਖ ਬਾਣੀ ਕਰਕੇ ਬਚ ਗਿਆ। ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਦਾਵਾ ਅਗਣ ਬਹੁਤ ਤ੍ਰਿਣ ਜਾਲੇ। ਦਾਵਾ ਅਗਣ ਜੰਗਲ ਦੀ ਅੱਗ, ਇਹਨੇ ਬੜੇ ਘਾਹ ਬੂਟੇ ਸਭ ਕੁਝ ਸਾੜਿਆ। ਕਹਿੰਦੇ ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹੇ ਔਰ ਕੋਈ ਵਿਰਲਾ ਹਰਾ ਬੂਟਾ ਬਚਿਆ। ਔਰ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਅਸਲ ਵਿੱਚ ਜਿਹੜਾ ਟੁੱਟਿਆ ਹੋਇਆ ਵਿਛੜਿਆ ਹੋਇਆ ਉਹਨੂੰ ਵਿਕਾਰਾਂ ਦੀ ਅੱਗ ਸਾੜਦੀ ਜ਼ਰੂਰ ਹੈ। ਤੇ ਵਿਛੋੜੇ ਦੇ ਵਿੱਚੋਂ ਹਮੇਸ਼ਾ ਹੀ ਦੁੱਖ ਮਿਲਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ ਕਿ ਵਿਛੋੜੇ ਦੇ ਵਿੱਚੋਂ ਦੁੱਖ ਕਿਵੇਂ ਮਿਲਦੇ ਨੇ ਜੀ। ਤਪ ਤਪ ਖਪਾ ਬਹੁਤ ਵਿਕਾਰ, ਵਿਕਾਰਾਂ ਦੇ ਵਿੱਚ ਤਪਣ ਵਾਲੇ ਉਹ ਅੰਦਰੋਂ ਕਿਵੇਂ ਬਣ ਜਾਂਦਾ, ਉਹਨਾਂ ਦੇ ਅੰਦਰ ਸੜਦਾ ਕਿਵੇਂ ਹੈ। ਤੇ ਉਦਾਹਰਣ ਦਿੰਦੇ ਨੇ, ਦੇਖੋ ਜਿਵੇਂ ਇੱਕ ਬਲਦਾ ਹੋਇਆ ਕੋਲਾ ਹੈ ਔਰ ਭੱਠੀ ਦੇ ਵਿੱਚ ਆਓ ਜੀ ਜਾਣਦੇ ਹੋ, ਕੋਲੇ ਜਦੋਂ ਭਖਦੇ ਨੇ ਬੜੇ ਸੋਹਣੇ ਲਾਲ ਸੁਰਖ ਬੜੇ ਸੋਹਣੇ ਲੱਗਦੇ ਨੇ ਵੇਖਣ ਨੂੰ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਉਸੇ ਭੱਠੀ ਦੇ ਵਿੱਚੋਂ ਇੱਕ ਕੋਲਾ ਜਦੋਂ ਬਲਦਾ ਹੋਇਆ ਕਿਤੇ ਬਾਹਰ ਡਿੱਗਦਾ ਹੈ ਤੇ ਬਸ ਬਾਹਰ ਨਿਕਲਣ ਦੀ ਦੇਰ ਨਾਲ ਦੀ ਨਾਲ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾੜਾ ਜਿਹਾ ਠੰਡਾ ਹੋਇਆ ਕਾਲਾ ਹੋ ਜਾਂਦਾ ਹੈ। ਹਜੇ ਗਰਮ ਹੈ, ਪੂਰੀ ਤਰ੍ਹਾਂ ਠੰਡਾ ਹੋਇਆ ਵੀ ਨਹੀਂ, ਪਰ ਫਿਰ ਵੀ ਕਾਲਾ ਪੈ ਗਿਆ। ਔਰ ਬੰਦੇ ਨੇ ਯਤਨ ਕੀਤਾ ਕਿ ਸ਼ਾਇਦ ਇਹਨੂੰ ਸਾਬਣ ਲਾ ਕੇ ਧੋ ਦਈਏ ਤੇ ਲਾਲ ਹੋ ਜਾਏਗਾ, ਇਹਨੂੰ ਤਈ ਦੇ ਨਾਲ ਕਿਤੇ ਧੋ ਦਈਏ, ਦੁੱਧ ਨਾਲ ਧੋ ਦਈਏ ਤੇ ਇਹ ਰੰਗ ਦੁਬਾਰੇ ਚੜ੍ਹ ਜਾਏਗਾ। ਹੁਣ ਭਾਈ ਸਾਹਿਬ ਨੇ ਸਮਝਾਇਆ ਇੰਨੇ ਸੋਹਣੇ ਢੰਗ ਨਾਲ ਕਿ ਉਹ ਕੋਲਾ ਭਾਵੇਂ ਬੋਲਦਾ ਤੇ ਨਹੀਂ, ਪਰ ਕਹਿੰਦੇ ਜਿਵੇਂ ਕੋਲਾ ਬੋਲ ਬੋਲ ਕੇ ਕਹਿੰਦਾ ਸੀ ਕਿ ਕਿਸੇ ਨੂੰ ਉਹਨੂੰ ਰੰਗ ਕਰਨ ਦਾ, ਪੇਂਟ ਕਰਨ ਦਾ ਯਤਨ ਕੀਤਾ ਕਿ ਲਾਲ ਰੰਗ ਕਰਦੀ ਸ਼ਾਇਦ ਲਾਲ ਹੋ ਜੇ, ਪਰ ਕੋਲਾ ਕਹਿੰਦਾ ਭਲਿਆ ਤੈਨੂੰ ਪਤਾ ਹੀ ਨਹੀਂ ਕਿ ਵਿਛੜ ਕੇ ਕਾਲ ਖਾਈ ਹੈ। ਤੇ ਜੇ ਤੂੰ ਚਾਹੁੰਦਾ ਮੈਂ ਉਵੇਂ ਦਾ ਵੀ ਤੇ ਉਸ ਨਾਲੋਂ ਵੀ ਜ਼ਿਆਦਾ ਲਾਲ ਹੋਵਾਂ, ਬਸ ਇੱਕੋ ਕੰਮ ਕਰ, ਮੈਨੂੰ ਚੁੱਕਦੇ ਚੁੱਕ ਕੇ ਭੱਠੀ ਵਿੱਚ ਪਾ ਦੇ, ਜਿੰਦੇ ਨਾਲੋਂ ਵਿਛੜਿਆ ਉਹਦੇ ਨਾਲ ਮਿਲਾ ਦੇ, ਰੰਗ ਅੱਗੇ ਨਾਲੋਂ ਦੁੱਗਣਾ ਲਾਲ ਆ ਜਾਏਗਾ। ਔਰ ਭਾਈ ਸਾਹਿਬ ਨੇ ਉੱਥੇ ਸਮਝਾਇਆ ਬਸ ਇਹ ਜਿਹੜੇ ਵਿਛੜ ਗਏ ਨੇ ਉਹਨਾਂ ਦੇ ਅੰਦਰ ਇਹ ਤਪਸ਼ ਹੈ, ਇਹ ਕਾਲਖ ਹੈ ਤੇ ਦਿਨੋਂ ਦਿਨ ਵਧਣੀ ਹੈ। ਇਹ ਬਿਨ ਸ਼ਬਦੇ ਸ਼ਾਂਤ ਨਾ ਆਈ, ਜਦੋਂ ਤੱਕ ਸ਼ਬਦ ਦੇ ਨਾਲ ਜੁੜਿਆ ਨਾ ਸ਼ਾਂਤ ਆਉਣੀ ਨੇ। ਤੇ ਭਾਈ ਸਾਹਿਬ ਦੀਆਂ ਲੈਣਾ ਨੇ, ਕਹਿੰਦੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਰੰਗ ਚਾੜ ਰੰਗਣ ਸੇ ਝੜਿਆ, ਰੰਗ ਨਾ ਉਸ ਵਟਾਇਆ, ਰੰਗ ਚਾੜ ਰੰਗਣ ਸੇ ਧਰਿਆ, ਰੰਗ ਨਾ ਉਸ ਵਟਾਇਆ। ਕਹਿੰਦੇ ਵਿਛੜ ਕੇ ਕਾਲਕ ਸੇ ਆਈ, ਬਿਨ ਮਿਲਿਆ ਨਹੀਂ ਲੈਂਦੀ। ਕੋਲਾ ਕਹਿੰਦਾ ਹੈ ਕਿ ਅੰਗ ਅੱਗ ਦੇ ਲਾ ਕੇ ਵੇਖੋ, ਚੜ੍ਹਦਾ ਰੂਪ ਸੁਵਾਇਆ, ਵਿਛੜ ਕੇ ਤੇ ਕਾਲ ਖਾਉਂਦੀ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਵਿਛੜ ਕਰਕੇ ਅੰਦਰ ਬਾਰ-ਬਾਰ ਤਪਦਾ ਹੈ ਤੇ ਕਿੰਨਾ ਦੇ ਅੰਦਰ ਕਹਿੰਦੇ ਜੈਤਨ ਬਾਣੀ ਵਿਸਰ ਜਾਏ। ਤੇ ਕਿੰਨਾ ਕੁ ਤਪਦਾ ਹੈ, ਕਹਿੰਦੇ ਜਿਉਂ ਪੱਕਾ ਰੋਗੀ ਵਿਰਲਾਏ, ਪੱਕਾ ਰੋਗੀ ਜਿਹੜਾ ਕੋੜੀ ਹੈ। ਹੁਣ ਜਿਹਨੂੰ ਕੋੜ ਪਿਆ ਹੋਵੇ ਅਸਲ ਵਿੱਚ ਉਹ ਹਾਏ ਹਾਏ ਕਰਦਾ ਕਿ ਸਰੀਰ ਦਾ ਦੁੱਖ ਹੈ, ਪਰ ਜਿਹੜਾ ਰੱਬ ਨਾਲੋਂ ਵਿਛੜਿਆ ਹੈ ਸਾਰੀ ਉਮਰ ਕਰਦਾ ਉਹ ਵੀ ਹਾਏ ਹੈ। ਉਹਦੇ ਕੋਲ ਭਾਵੇਂ ਸੁੱਖ ਸਾਧਨ ਸਾਰੇ ਨੇ, ਸਰੀਰ ਬਿਲਕੁਲ ਤੰਦਰੁਸਤ ਹੈ, ਪਰ ਕਰਦਾ ਫਿਰ ਵੀ ਹਾਏ ਹਾਏ। ਉਹ ਹਾਏ ਉਹਦੇ ਖਤਮ ਹੁੰਦੇ ਨਹੀਂ, ਕਿਉਂਕਿ ਮੈਨੂੰ ਮਿਲ ਗਿਆ ਬੜਾ ਕੁਝ ਮਿਲ ਗਿਆ, ਪਰ ਹਾਏ ਗੁਆਂਢੀ ਨੂੰ ਜ਼ਿਆਦਾ ਕਿਉਂ ਮਿਲਿਆ, ਨਾਲ ਦੇ ਨੂੰ ਜ਼ਿਆਦਾ ਕਿਉਂ ਮਿਲ ਗਿਆ। ਅਸਲ ਵਿੱਚ ਉਹਨਾਂ ਦੇ ਅੰਦਰ ਦੀ ਤਪਸ਼ ਖਤਮ ਹੋਣੀ ਨਹੀਂ।
फिर ये दुख मिलते क्यों ने, दुख आउंदे क्यों ने? देखो साडा तकरीबन सब का सवाल है। एक गल असीं मनने हाँ और सारे कहने हाँ, सतगुरु की बाणी ने पावन बचन कहे ने कि सुख दुख देह तू है मन भावें। किसी नूं दुख देना है सुख देना तू, तेनू भाउंदा ते देना है। तो जे दुख भी रब ने देने ने सुख भी रब ने देने ने, फिर बंदे नूं कुछ करन दी लोड़ क्यों है? हुण ये सवाल है ने, जे देने ही रब ने तो बंदा कुछ करे क्यों? क्योंकि सतगुरु की बाणी जदों पढ़ांगे तो केवल एक पक्ष नहीं दोवें पक्ष लैके विचारांगे तो समझ लगेगी। ये गल पक्की कि देण वाला उही है। और सतगुरु जी ने पावन बचन कहे ने, जे एक पक्ष विचारीए फिर गुरु साहब जी कहते हैं भाई दुख लैना कि सुख लैना सारा कुछ तेरे हाथ है, बंदे दे हाथ सारा कुछ है। पर गुरु के सिख ने भरोसे नाल कह दिता नहीं परमात्मा नहीं गुरु सतगुरु सब कुछ तेरे हाथ विच है। ये किंदे हाथ विच असल विच गुरबाणी के सिद्धांत नूं समझांगे तो पता फिर लगना। गुरु ने बिल्कुल कहा कि बंदे सब कुछ तेरे हाथ विच है, और गुरु के सिख ने भरोसे नाल कह दिता कि सब कुछ है ही तेरे हाथ विच। एक फकीर दे कोल चेला आया तो चेले ने आके सवाल किया कि देखो बाबा फकीर तेरा नाम बड़ा सुनिया, तेनों अपना गुरु धारण कर लवांगा, पर पहलों मेरे एक सवाल का जवाब दे, मेरी शर्त है। वैसे जो गुरु धारण करना होवे तो शर्तां रखियां नहीं जांदियां, पर वो फकीर ने फिर भी कहा कि दस पई। सवाल उन्हें भी यही किया कि भी जे सब कुछ करना ही रब ने है, सब कुछ है ही रब दे वस, तो फिर सानू कोई गुरु धारण करने की लोड़ है, धार्मिक कर्म करने की लोड़ है, सानू कुछ करने की लोड़ ही क्यों है? और उस फकीर ने बड़े ठंडे जे सुभाव नाल जवाब दिता, कहंदे खड़ा हो। हुण वो डर गया कि शायद गुस्से में आके कहंदे नहीं खड़ा हो। हुण चेला खड़ा होया, कहंदा अपना खब्बा पैर चुक। खब्बा पैर उन्हें चुक लिया ते नाल ही दूसरा सवाल किया, कहंदे हुण सज्जा पैर चुकना पर खब्बा थल्ले नहीं रखना। खब्बा तो चुक लिया तो हुण सज्जा किवें चुके जी? कहंदे बस तेरे सवाल का जवाब यही है, हुण साडे वर्गे नूं समझ कित्थे आवे? कहंदे समझ नहीं आई। बस कहंदे इस तरह गुरु कहंदे सब कुछ तेरे हथ विच है, तू कहना सब कुछ गुरु दे हथ विच है। तो गुरु ने साडे सामने दो ही कदम रखे ने, एक मंदा ते एक चंगा, एक पाप ते एक पुण्य, एक भला ते एक मंदा। ये कह लिए कि दो साडे पैर ने, बाहर दे पैरों की गल नहीं कि अंदर मन करके तू एक कदम पुट, भावें चंगे पासे पुट ते भावें मंदे पासे पुट, मर्जी तेरी है। चंगे पासे पुटेगा तो भाई साहब भाई गुरदास जी कहते हैं कि चरण शरण गुर एक पैंडा जाए चल, सतगुरु कोट पैंडा आगे होए लेत है, हाथ तेरे विच है। और सतगुरु की बाणी ने सारी बाणी ने समझाया ये है कि बंदिया उदम तू करना, हाथ तेरे विच है, अगे कृपा गुरु की होगी। मर्जी तेरी कि तू पैर गुरुद्वारे वाले पासे नूं पटना है कि ठेके वाले पासे नूं पटना है। देखो शरीर वाले पैर तो असीं बदो बदी भी पट के आई जाने जिन्ने कोई शरीर बैठे हैं, पर हकीकत है कि मन करके हो सकता है, शब्द हो सकता ही कहांगे कि कोई विरले टावां को मन करके भी आया हो, पर एक शब्द एक कदम को पट के वेखो। फिर गुरु साहब जी कहते हैं हुण गल गुरु ते छड्ड दे। शराबी बंदे नूं कहे कि शराब छड्ड दे पई, खंडे बाटे दी पौ ले ले, जवाब इक्को ही आएगा कि जदों गुरु कृपा करेगा। भाई इवें गुरु ने कृपा नहीं करनी, एक कदम तेनू पटना पैना है। ये वस तेरे विच, हाथ तेरे विच है। एक कदम पटेगा गुरु ते को लैण वास्ते आएगा। हुण सतगुरु जी इत्थे बाणी दे विच पावन बचन कहने कि चंगियाइयां बुरियाइयां वाचे धर्म हदूर, तू चंगियाइयां वाले पासे कदम पट, गुरु तेरे नाल है।
ਮਰਜ਼ੀ ਤੇਰੀ ਹੈ, ਬੁਰਾਈਆਂ ਵਾਲੇ ਪਾਸੇ ਪੱਟੇਗਾ ਤੇ ਗੁਰੂ ਰੱਬ ਤੇਰੇ ਨਾਲ ਨਹੀਂ। ਕਰਨ ਕਰਾਉਣ ਵਾਲਾ ਸਭ ਕੁਝ ਉਹ ਹੈ, ਪਰ ਇੱਕ ਕਦਮ ਤੇ ਤੈਨੂੰ ਪੱਟਣਾ ਪੈਣਾ ਹੈ। ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਤਾਂ ਹੀ ਕਹੇ ਨੇ ਨਾ ਜੀ, ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੇ ਆਪੇ ਕੀਤਾ ਪਾਉਣਾ ਫਿਰ ਗੁਰੂ ਨੂੰ ਕਿਉਂ ਧਾਰਨ ਕਰਨਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਫਿਰ ਗੁਰੂ ਦੇ ਅੱਗੇ ਅਰਦਾਸ ਕਰਨ ਦੀ ਲੋੜ ਕੀ ਹੈ। ਬਸ ਅਰਦਾਸ ਇਸ ਕਰਕੇ ਕਰਨੀ ਕਿ ਜਿਹੜਾ ਕਦਮ ਇੱਕ ਅਸੀਂ ਪੱਟਣਾ ਹੈ ਉਹ ਪਾਪ ਵਾਲੇ ਪਾਸੇ ਨਾ ਪੱਟਿਆ ਜਾਏ। ਜਿਹੜਾ ਕਦਮ ਅਸੀਂ ਚੁੱਕਣਾ ਹੈ ਉਹ ਚੰਗਿਆਈ ਵਾਲੇ ਪਾਸੇ ਜਾਵੇ। ਤੇ ਅਰਦਾਸ ਕਿਉਂ ਕਰਨੀ ਹੈ, ਅਰਦਾਸ ਕਰਦੇ ਕੀ ਹੈ, ਗੁਰੂ ਕਰਦਾ ਕੀ ਹੈ। ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 2 ਪਾਵਨ ਸ਼ਲੋਕ ਨੇ ਜਿਨ੍ਹਾਂ ਨੂੰ ਆਪਾਂ ਭੋਗ ਵਾਲੇ ਸ਼ਲੋਕ ਵੀ ਕਹਿੰਦੇ ਹਾਂ, ਔਰ ਦੋਵਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜਦੋਂ ਆਪਣਾ ਬਲ ਹੋਵੇ, ਆਪਣੀ ਤਾਕਤ ਹੋਵੇ ਤੇ ਆਪਣੇ ਆਪ ਕਵੇ ਮੈਂ ਸਭ ਕੁਝ ਕਰ ਲੈਣਾ ਹੈ। ਜਿਵੇਂ ਫਕੀਰ ਨੇ ਸਮਝਾਇਆ, ਤੂੰ ਇੱਕ ਪੈਰ ਚੁੱਕ ਸਕਣਾ, ਦੂਜਾ ਚੁੱਕਣ ਦੀ ਤੇਰੇ ਵਿੱਚ ਤਾਕਤ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਆਪਣੀ ਤਾਕਤ ਜਵਾਬ ਦੇ ਦੇ, ਬਸ ਟੇਕ ਸਾਈਂ ਤੇ ਲਈ ਅਰਦਾਸ ਕਰੀ ਤੇ ਮਨ ਕਰਕੇ ਕਰੇ ਸੱਚ ਜਾਣੀ, ਉਹ ਪਾਏ ਹੋਏ ਬੰਧਨ ਵੀ ਕੱਟ ਦਿੰਦਾ ਹੈ। ਜਿੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਕਿ ਇੱਕ ਹਾਥੀ ਉਹ ਜਿਹਨੂੰ ਤੰਦੂਏ ਨੇ ਫੜਿਆ ਤੇ ਜਦੋਂ ਦੇਖਿਆ ਕਿ ਹੁਣ ਚਾਰੇ ਪੈਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਖਿਸਕ ਗਏ, ਏਡਾ ਵੱਡੀ ਤਾਕਤ ਵਾਲਾ ਸਰੀਰ ਪਰ ਹੁਣ ਬਲ ਕੰਮ ਕਰਦਾ ਨਹੀਂ। ਉੱਥੇ ਸਤਿਗੁਰੂ ਨੇ ਸਾਨੂੰ ਉਦਾਹਰਣ ਦੇ ਕੇ ਕਿਹਾ ਕਿ ਭਾਈ ਉਦੋਂ ਅਰਦਾਸ ਕਰ, ਬਲ ਛੁੱਟੇ ਬੰਧਨ ਪਰੇ। ਜਦੋਂ ਬਲ ਆਪਣਾ ਛੁੱਟ ਜੇ, ਬੰਧਨ ਪੈ ਜਾਣ, ਆਪਣੀ ਤਾਕਤ ਰਵੇ ਨਾ, ਫਿਰ ਉਦੋਂ ਅਰਦਾਸ ਕਰ। ਬਲ ਛੁੱਟੇ ਬੰਧਨ ਪਰੇ, ਕਛੂ ਨਾ ਹੋ ਤੇ ਉਪਾਏ। ਕਹੋ ਨਾਨਕ ਅਬ ਓਟ ਹਾਰ, ਗੱਜ ਜੋ ਹੋ ਸਹਾਏ। ਬਸ ਗੁਰੂ ਇਹੀ ਕਿਰਪਾ ਕਰਦਾ ਹੈ ਕਿ ਜਦੋਂ ਆਪਣਾ ਬਲ ਛੁੱਟ ਜੇ, ਆਪਣੀ ਤਾਕਤ ਕੰਮ ਕਰੇ ਨਾ, ਉਦੋਂ ਅਰਦਾਸ ਕਰਕੇ ਸਤਿਗੁਰੂ ਜੀ ਮਾੜੇ ਪਾਸੇ ਕਦਮ ਰੱਖਣਾ ਨਹੀਂ, ਬਸ ਉਹੀ ਇੱਕ ਕਦਮ ਗੁਰੂ ਵਾਲੇ ਪਾਸੇ ਪੱਟਣਾ ਹੈ। ਤੂੰ ਇੱਕ ਕਦਮ ਅੱਗੇ ਪੱਟ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਦੂਸਰੇ ਸ਼ਲੋਕ 'ਚ ਕਹਿੰਦੇ ਨੇ ਕਿ ਜਦੋਂ ਬਲ ਛੁੱਟ ਗਿਆ, ਬਲ ਹੈ ਹੀ ਨਹੀਂ, ਬਸ ਇੱਕ ਕਦਮ ਪੱਟਿਆ, ਫਿਰ ਕਹਿੰਦੇ ਬਲ ਹੋਵਾ, ਬਲ ਵੀ ਆ ਗਿਆ। ਬੰਧਨ ਛੁੱਟੇ, ਬੰਧਨ ਵੀ ਕੱਟੇ ਗਏ। ਸਭ ਕੁਛ ਹੋ ਤੋਂ ਪਾਏ, ਕੀ ਨਹੀਂ ਹੋ ਸਕਦਾ ਬੰਦਿਆ, ਤੂੰ ਕੀ ਨਹੀਂ ਕਰ ਸਕਦਾ। ਹੁਣ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ ਤੇਰੇ ਹੱਥ ਵਿੱਚ, ਬਸ ਉਹ ਆਪਣੀ ਤਾਕਤ ਆਪਣੀ ਮੈਂ ਤੂੰ ਗੁਰੂ ਦੇ ਹੱਥ 'ਚ ਫੜਾ ਦੇ, ਸਭ ਕੁਝ ਤੂੰ ਕਰ ਸਕਦਾ ਹੈ। ਹੁਣ ਇਹ ਦੋਵੇਂ ਪੱਖ ਨਾਲ ਲੈ ਕੇ ਚੱਲਦੇ ਨੇ ਕਿ ਰੱਬ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਭਾਈ, ਪਰ ਉਦਮ ਤੈਨੂੰ ਕਰਨਾ ਪੈਣਾ ਹੈ। ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋ ਤੇ ਉਪਾਏ। ਨਾਨਕ ਸਭ ਕੁਛ ਤੁਮਰਾ ਹੱਥ ਮੈਂ। ਫਿਰ ਕਹਿ ਕਿ ਰੱਬਾ ਸਭ ਕੁਝ ਤੇਰੇ ਹੱਥ ਵਿੱਚ, ਫਿਰ ਸਭ ਕੁਝ ਉਹਦੇ ਹੱਥ 'ਚ ਹੈ। ਹੁਣ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਇਹ ਦੋਵੇਂ ਚੀਜ਼ਾਂ ਨੇ। ਬਾਬਾ ਕਬੀਰ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ ਕਿ ਜਦੋਂ ਬੰਦਾ ਸਿਰਫ ਇੱਕੋ ਹੀ ਗੱਲ ਕਵੇ ਕਿ ਰੱਬਾ ਸਭ ਕੁਝ ਤੇਰੇ ਹੱਥ ਵਿੱਚ, ਮੈਂ ਕਰਨਾ ਕੁਝ ਨਹੀਂ। ਹੁਣ ਗੁਰੂ ਸਾਹਿਬ ਨੇ ਤਾਂ ਸਾਨੂੰ ਸਮਝਾ ਕੇ ਭੇਜਣਾ ਨਾ ਬਾਈ ਕਿ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਝੂਠ ਬੋਲਣਾ ਅਸੀਂ ਛੱਡਣਾ ਨਹੀਂ। ਕਹੀ ਜਾਣਾ ਕਿ ਸਭ ਕੁਝ ਰੱਬ ਦੇ ਹੱਥ, ਝੂਠ ਵੀ ਉਹ ਬੁਲਾਉਂਦਾ ਜੀ, ਉਹ ਕਹਿੰਦੇ ਝੂਠ ਬੋਲੋ। ਤੇ ਬਾਬਾ ਕਬੀਰ ਜੀ ਕਹਿੰਦੇ ਜਦੋਂ ਤੂੰ ਯਤਨ ਨਹੀਂ ਕਰਨਾ, ਇੱਕ ਕਦਮ ਨਹੀਂ ਪੱਟਣਾ, ਕਸੂਰ ਤੇਰੇ ਦੇ ਵਿੱਚ ਹੈ, ਤੇਰੇ ਅੰਦਰ ਕਮੀ ਹੈ। ਤੇ ਕਹਿੰਦੇ ਸੱਚ ਜਾਣੀ, ਫਿਰ ਭਾਵੇਂ ਸਾਰੀ ਤਾਕਤ ਦਾ ਮਾਲਕ ਗੁਰੂ ਹੈ ਨਾ, ਗੁਰੂ ਵੀ ਕੁਝ ਨਹੀਂ ਕਰ ਸਕਦਾ। ਫਿਰ ਤੇ ਬਹਾਨੇ ਹੀ ਲਾਉਣੇ ਨੇ ਕਿ ਸਭ ਕੁਝ ਗੁਰੂ ਦੇ ਹੱਥ ਵਿੱਚ। ਬਾਬਾ ਕਬੀਰ ਜੀ ਕਹਿੰਦੇ ਨਾ, ਫਿਰ ਗੁਰੂ ਦੇ ਹੱਥ ਵਿੱਚ ਕੁਝ ਨਹੀਂ। ਕਬੀਰ ਸਾਚਾ ਸਤਿਗੁਰੂ ਕਿਆ ਕਰੈ, ਜੋ ਸਿੱਖਾ ਮੈਂ ਚੂਕ। ਅੰਧੇ ਏਕ ਨਾ ਲਾਗੇ, ਜੋ ਬਾਸ ਬਜਾਏ ਫੂਕ। ਜੇ ਤੂੰ ਕਦਮ ਪੱਟਣਾ ਹੀ ਨਹੀਂ ਤੇ ਫਿਰ ਗੁਰੂ ਵੀ ਭਾਵੇਂ ਉਹ ਫੂਕਾ ਮਾਰੀ ਜਾਵੇ, ਫਿਰ ਤਾਂ ਵਾਸ ਦੇ ਵਿੱਚ ਫੂਕ ਕਿਹੜੀ ਟਿਕਦੀ ਹੈ। ਜੇ ਤੂੰ ਕਦਮ ਨਹੀਂ ਪੱਟਣਾ, ਫਿਰ ਗੁਰੂ ਕੁਝ ਨਹੀਂ ਕਰ ਸਕਦਾ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜੇ ਅੰਦਰੋਂ ਟੁੱਟ ਚੁੱਕੇ ਨੇ,
फिर उन्हां दी तड़फ कोई मिटा नहीं सकता। और इवें वे लाउंदे ने जिवें पक्का रोगी कूड़ी। तो फिर जे दुख आ जे, रोग आ जे, बंदा उलांभे बड़ी छेती दिंदा, रब्बा नेड़े आके लड़िया है, थल्ले आके लड़िया है। उलांभे देने ना, आपां सारे देने। जवान धी पुत्र दी मौत हो जे ते सकिंट नहीं लाउंदे, रब नूं लांभा दिंदे आ। पर धन गुरु नानक देव सच्चे पातशाह कहंदे नहीं भाई, दद्दा दोष न देऊ किसे दोष कर्मा अपनिया, जो मैं किया सो मैं पाया, दोष न दीजे वरजना। ते जे दोष देना ये बहुता बोलना, गुरु साहब जी कहंदे ने चखण, बहुता बोलन चखण होए। चख मारनी जिन्नी मर्जी मारी जा, विण बोले जाने सब सोए, वो बिना बिना बोलिया सब कुछ जानता है। रहाओ जिन कन कीते अखी नाक। हुण जेड़ा बंदे ने काम करना, करना की है? जेड़ा गुरु साहब जी कहते हैं बंदिया सब कुछ तेरे हथ विच है। बस तू ये चेते रख कि जिन कन कीते अखी नाक, जेड़े रब ने परमेश्वर ने तेरा शरीर ही नहीं कला बनाया, इनू नक लाया है, कन लाए ने, इनू अखा लाइया ने। कले कले अंग की कितनी महत्ता है। जिंदे कोल अखा नहीं वो जानता है कितना तरसदा है, सुनता नहीं उन्होंने पता कि कन्नां की कितनी को कीमत है। और रब ने परमेश्वर ने जेड़े ने ये सब कुछ तेनों दाता दित्तियां। नाल ही कहंदे ने जिन जिहबा दित्ती बोले तात। तात का इत्थे अर्थ है जिहड़ा फटाफट बोलना, छेती छेती, कैंची की तरह लतरों चलती ना फटाफट, कि फटाफट कह देना कि रब्बा तू मेरे नाल लड़िया। पर ये जबान दित्ती सी, रसना दित्ती सी, इहदे नाल चाहीदा सी सिमरदा। पर ये जां ते रसा कचा च फस गई, जां फिर झूठ निंदे च फस गई। और धन गुरु अमरदास महाराज जी ने कले कले अंग नूं आवाज़ां मार मार के समझाया, जैसे सुनिए कि ये रसना तू अनरस राच रही, तेरी प्यास न जाए। ये सरवणों मेरेओ सच है, सुनने नूं पठाए पर तू सुनिया की। ये नेत्रों मेरेओ ये विश्व संसार तुम देखदे हर का रूप है। तुहानूं विषय विकार वेखण वास्ते थोड़ी लाया सी। ये संसार जिहड़ा रब का रूप है, विचों इहदे विचों रब देखना सी। जिहड़े रब ने ये कीमती अंग दिते, ते केवल इन्ना ही नहीं कहंदे जिन मन राखिया अग्नि पाए, कि मना जेड़े रब ने परमेश्वर ने माता दी उदर दी अग दे विच तैनूं बचा के रखिया। तो देखो उदर दी अग कदे बरीकी नाल आपां झात मारीए, कई बारी हुंदा ना पेशेंट इवें दा हो गया, कहंदे अंदरों लोहे दी घाट होगी। वो अंदर दे अग जिहड़ी लोहे नूं ही हजम करदी है, पर वो लोहा चलो है भावें वखरी तरह का। जिहड़ी इन्नी अग अंदर खतरनाक है, अंदर लोहे की घाट हो जाए तो तां भी शरीर बीमार है। वो जिहड़े लोहे नूं हजम करन दी अंदर ताकत रखदी, उन्होंने साड़न दी, एक कोमल जिहा मास का टुकड़ा, और मास का टुकड़ा भी एक पानी के बूंद तो बनया होया। रब ने परमेश्वर ने तेरे ते इन्नी कृपा की, उहदे विच भी बचा के रखिया। चाहिदा ते सी जिहड़े रब ने एडे कीमती दात दित्ती मनुखा दे ही, तू इस दात नूं वेख के अपने शरीर नूं वेख के कदे विचार करदा ते तैनूं दाते दी पहचान हो जानी सी। जिहड़े रब ने जिंद पा के रखी, तैनूं बचा के रखिया। और कहते वाजा पवन आखै सब जाए, जदों पवन का वाजा वजाया, जदों श्वास चलाए, आखे सब जाए, सब ने कह दिता कि जन्म हो गया। पर वो जिहड़ा जन्म देण वाला है, जिहड़ा सब कुछ पाउण वाला, उन्होंने भुला दिता। तो सतगुरु जी कहते ने प्रीत ये मोह सारा उस बच्चे दे नाल पै गया, पर जिन्हें बनाया जिन्हें दिता वो भुल गया। और नाल के समझाउंदे ने जेता मोह प्रीत स्वाद, ये जिन्ना संसार का मोह है, जिन्नी प्रीत है, जिन्ने रसना के जबान के स्वाद ने, कहते याद रखियो सब्बा कालख दागा दाग, ये केवल तो केवल आत्मिक मुखड़े के उत्ते दाग लाउण वाले ने। और कहते दाग दोष मोह चलिया लाए, संसार विच आके जे केवल इन्हां विच ही फसिया रह गया
ਤੇ इत्थों जान लग्या कहते दाग दोष मूँह चलिया लाए, ये सारे दाग सारे दोष अपने मूँह ते ला के चल पिया। और देखो दागे बंदा कह लिए कि लिबड़िया होया बंदा, बाकी दी गल छड्डो, माड़ी जी पैरां नूं मिट्टी लगी होवे ना ते बीबी उस वेले रौला पा देंदी कि चप्पल जुत्ती बाहर लाओ, अंदर गंदगी लैके आउणा है। वो लिबड़े हुए बंदे नूं ते बंदा घर नहीं वड़न दिंदा। ते जे तू ये कहे कि मैं करी भी सब कुछ जावां, रब दे घर जगह मिल जाएगी तो मिल जाएगी जी किते। विकारां नाल लिबड़िया होया नूं रब दे घर जगह नहीं मिलनी। गुरु साहब जी कहते हैं, धन गुरु नानक साहब जी, कि दरगाह बैसन ना ही जाए, जाए दा खरी अर्थ जगह। रब दे घर उस दरगाह दे विच बैठण लई थां नहीं मिलनी। और बाबा भाई साहब भाई गुरदास जी वो तो इत्थों तक कृपा करते हैं कि जेड़े पापे बंदे ने हो सकता उन्होंने तो नरकां विच थां मिल जाए। तो जे असीं रब दे नालों टुटे हुए, भाई साहब जी अपने आप को समझाउंदे कहंदे ने कि अपने करने कर नरकू हूँ ना पावूं ठौर। सानू तो डर कि जिवें दे साडियां करतूतियां सानू तो नरकां 'च भी थां नहीं मिलनी। सतगुरु धन गुरु नानक साहब जी कृपा कर देन भी इवें दे दाग दोष ला के जे चल पिया ना लिबड़िया तिबड़िया नूं विकारां दे नाल, रब दे घर बैठण दी थां नहीं मिलनी। अखीर ते सतगुरु जी फिर समझाउंदे, अखीरले पदे विच कहंदे ने, कर्म मिलै आखण तेरा ना हो। कर्म दा आखरी अर्थ बख्शिश है। आखण दा अर्थ है कि जपण वास्ते, कहण वास्ते। तेरी बख्शिश होवे, तेरी कृपा होवे ते तेरा नाम कहण नूं मिलदा है। तेरी कृपा दे नाल नाम जपिया जांदा है। जित लग तरना होर नहीं थाओ। ते जेड़े नाम दे नाल लग के इस भवसागर तो विकारां दी अग तो तरिया जाना है, वो केवल ते केवल एक तेरा नाम है। और सतगुरु धन गुरु अर्जन देव जी ने कृपा की 12 माह दे विच सानू समझाया भी है कि दुनिया विच जिन्ने मर्जी पुण्य कर लो, दान कर लो, चंगे काम कर लो, करने चाहिए ने, माड़े नहीं। पर ये चंगियाइयां जड़ियां ने इत्थे तरियां तराइयां रह जानियां ने। अगे जे कोई जाना है तो सिमरिया होया नाम है कि एक सहार के नाम बिन अगे लईए कोई, बाकी तो सब खो खू लेने ने। और सतगुरु कहते हैं जेड़े जिंदे नाल लग के तरना है, तरिया जा सकता है, वो सतगुरु जी तुहाडा नाम है, होर कोई ठिकाना नहीं। पर नाल अखीर ते समझाउंदे भी ने, जे कोई विकारां दी अग विच डूबी चुकिया है, आत्मिक जीवन जे किसी का सड़ के सवाही हो चुके तो वो की करे। सतगुरु समझाते भाई जे को डूबै फिर होवे सार। विकारां दी अग विच डूबिया बस एक बारी तू एहसास कर, अपने अंदर दी गलती नूं मन के मैं विकारी हाँ, विकारां विच डुब चुकिया। ते डुबिया होया देखो बंदा जदों पानी दे विच तैरना ना आउंदा होवे, पानी दे विच डिगे जिन्ने हाथ पैर मारेगा उन्ना ज़्यादा थले जाएगा। अपनी सियाणप नाल बंदा चाहुंदा कि अखंड पाठ करवा लवां, झूठ भी बोली जावां, ठगियां भी मारी जावां, इस भावसागर तो तर जावांगा। तरेगा तो नहीं, सगों ज़्यादा डुबेगा। हुण सतगुरु जी ने कृपा की, बंदा पानी दे विच तैरना आउंदा नहीं, हाथ पैर मारदा है, सगों ज़्यादा डुबदा है। पर जदों हाथ पैर मारने छड्डदे अपने आप तो नहीं छड्डदा। जदों श्वास रुक जाण, हाथ पैर काम ही ना करन, बिल्कुल शरीर ढिला पैंदा, उदों तो पानी भी तार दिंदा है, पानी भी नहीं डूबदा। भाई तू अपने अंदर दे सियाणप छड्ड दे, अपनी पकड़ नूं छड्ड दे। गुरु डुबिया होया नूं भी तार दिंदा है, विकारां विच डुबिया होया दे भी सार लैंदा है। जे को डुबै फिर होवै सार, नानक साचा सरब दातार। वो जिहड़ा सारियां दा दाता है, वो ही सदा स्थिर रहण वाला है। भाई उहदी टेक लै, अपनी ताकत अपनी सियाणप छड्ड दे। वो विकारां दे विच डुबिया होया नूं भी तार के अपने नाल जोड़ लैंदा। होईयां भुल्लां दी खिमा। आओ 1-2 मिनट होर रसना दे नाल हाज़री लवाइए, फिर समाप्ति है जी। वाहे गुरु